ਕੈਨੇਡਾ ਵਾਸੀ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਵਿਗੜ ਗਏ ਨੇ। ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਜਦੋਂ ਇਹ ਕਹਿ ਦਿੱਤਾ ਸੀ ਕਿ ਸਾਡੇ ਨਾਗਰਿਕਾਂ ਨੂੰ ਮਾਰਿਆ ਜਾ ਰਿਹਾ ਤੇ ਨਿੱਜਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ ਤਾਂ ਬਹੁਤ ਸਾਰਾ ਬਵਾਲ ਖੜਾ ਹੋ ਗਿਆ। ਉਸੇ ਬਵਾਲ ਦੇ ਚੱਲਦਿਆਂ ਅੱਜ ਭਾਰਤ ਸਰਕਾਰ ਨੇ ਇੱਕ ਸਖਤ ਫੈਸਲਾ ਕਰ ਲਿਆ ਕਿ ਜਿਹੜੇ ਵੀ ਸਾਡੇ ਭਾਰਤੀ ਕੈਨੇਡਾ ਬੈਠੇ ਨੇ ਉਹਨਾਂ ਨੂੰ ਵੀਜ਼ਾ ਅਗਲੇ ਹੁਕਮਾਂ ਤੱਕ ਨਹੀਂ ਮਿਲੇਗਾ। ਸੋ ਬੜਾ ਆਪਾਂ ਕਹਿ ਸਕਦੇ ਹਾਂ ਕਿ ਮਾਹੌਲ ਇਸ ਕਿਸਮ ਦਾ ਬਣ ਗਿਆ ਕਿ ਘਬਰਾਹਟ ਜੀ ਪੈਦਾ ਹੋ ਗਈ ਆ। ਇੱਥੋਂ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਲੱਗਦਾ ਕਿ ਪਰੇਸ਼ਾਨੀਆਂ ਆਉਣਗੀਆਂ, ਜਿਹੜੇ ਕੈਨੇਡਾ ਤੋਂ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਬਣ ਸਕਦੀਆਂ ਨੇ। ਸੋ ਆਉਣ ਵਾਲੇ ਦਿਨਾਂ ਦੌਰਾਨ ਇਹ ਜਿਹੜਾ ਹੈਗਾ ਮਾਹੌਲ ਆ ਹੋਰ ਵੀ ਤਿੱਖਾ ਰੂਪ ਅਖਤਿਆਰ ਕਰ ਸਕਦਾ। ਮੇਰੇ ਨਾਲ ਨੇ ਐਡਵੋਕੇਟ ਗੁਰਸ਼ਰਨ ਸਿੰਘ ਢਾਲੀਵਾਲ, ਇਹਨਾਂ ਨਾਲ ਗੱਲ ਕਰਦੇ ਹਾਂ ਕਿ ਸਾਰੇ ਕਾਸੇ ਬਾਰੇ ਇਹ ਕੀ ਸੋਚਦੇ ਨੇ ਤੇ ਜੇਕਰ ਕਾਨੂੰਨੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕੈਨੇਡਾ ਤੇ ਜਿਹੜਾ ਭਾਰਤ ਹੈ ਇਹਦਾ ਜਿਹੜਾ ਟਕਰਾਅ ਵਾਲਾ ਮਾਹੌਲ ਬਣ ਗਿਆ, ਇਹਨੂੰ ਕਿਵੇਂ ਸੁਖਾਵਾਂ ਬਣਾਇਆ ਜਾ ਸਕਦਾ। ਵਕੀਲ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ। ਕੀ ਕਹਿਣਾ ਚਾਹੋਗੇ ਜਿਹੜਾ ਟਕਰਾਅ ਵਾਲਾ ਮਾਹੌਲ ਬਣ ਗਿਆ, ਪੰਜਾਬੀਆਂ ਨੂੰ ਵੱਡਾ ਨੁਕਸਾਨ ਮੈਨੂੰ ਨਜ਼ਰ ਆਉਂਦਾ, ਇਹ ਟਕਰਾਅ ਖਤਮ ਕਿਵੇਂ ਕੀਤਾ ਜਾ ਸਕਦਾ? ਦੇਖੋ, ਪਹਿਲੀ ਗੱਲ ਤਾਂ ਇੱਕ ਸਭ ਤੋਂ ਵੱਡੀ ਐਗਜ਼ਾਮਪਲ ਹੈ ਜਿਹੜੀ ਸੈੱਟ ਕੀਤੀ ਇਹਨਾਂ ਨੇ, ਉਹ ਦੇਖਿਆ ਜਾਵੇ ਇਹ ਹੈ ਕਿ ਇੱਕ ਦੇਸ਼ ਨੇ ਇੱਕ ਲਾਈਫ ਦੀ ਇੰਪੋਰਟੈਂਸ ਦੱਸੀ। ਉਹਨਾਂ ਨੇ ਇਹ ਗੱਲ ਕੀਤੀ ਕਿ ਇੱਕ ਸਾਡੇ ਦੇਸ਼ ਦੇ ਨਾਗਰਿਕ ਨੂੰ ਇੱਕ ਦੇਸ਼ ਦੇ ਹੱਥ ਹੈ, ਉਹ ਉਸ ਦੇਸ਼ ਦਾ ਉਹਨਾਂ ਨੇ ਖੁੱਲ੍ਹ ਕੇ ਨਾਮ ਲਿਆ। ਪਰ ਦੂਜੀ ਪਾਸੇ ਇਹ ਦੇਖਿਆ ਜਾਵੇ ਕਿ ਜਿਹੜਾ ਸਾਡੇ ਦੇਸ਼ ਨੇ ਰਿਐਕਟ ਕੀਤਾ ਹੈ ਜਾਂ ਉਹ ਦੇਸ਼ ਰਿਐਕਟ ਕਰ ਰਿਹਾ ਉਸ ਗੱਲ ਤੇ, ਜਾਂ ਜਿਹੜੀ ਗੱਲ ਔਨ ਟੇਬਲ ਖਤਮ ਹੋ ਸਕਦੀ ਆ ਉਸ, ਜੇ ਇਹ ਕੁਐਸਚਨ ਪੁੱਛ ਸਕਦੇ ਸੀਗੇ ਕਿ ਤੁਸੀਂ ਸਾਡੇ ਤੇ ਐਲੀਗੇਸ਼ਨ ਲਾਏ ਨੇ ਉਹਦੇ ਪ੍ਰੂਫ ਦਿਓ, ਉਸ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਵੇ। ਤੁਸੀਂ ਐਲੀਗੇਸ਼ਨ ਲਾ ਰਹੇ ਹੋ, ਉਹਨਾਂ ਨੂੰ ਪ੍ਰੂਫ ਕਰੋ ਉਸ ਚੀਜ਼ ਨੂੰ। ਇਹਦੇ ਬਾਵਜੂਦ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਇਸ ਦੇਸ਼ ਦੇ ਵਾਸੀ ਜਿਹੜੇ ਇੱਥੇ ਰਹਿ ਰਹੇ ਨੇ ਉਹ ਉੱਧਰ ਨਹੀਂ ਜਾਣਗੇ ਔਰ ਉੱਧਰ ਵਾਲੇ ਇੱਧਰ ਨਹੀਂ ਆਉਣਗੇ। ਇਹ ਚੀਜ਼ਾਂ ਤਾਂ ਇਹ ਭੁੱਲ ਹੀ ਗਏ ਨੇ ਸਰਕਾਰਾਂ ਕਿ ਜਿਹੜੇ ਲੋਕ ਇੱਥੋਂ ਦੇ ਨੇ ਜਾਂ ਉੱਥੋਂ ਦੇ ਨੇ ਉਹਨਾਂ ਦੇ ਕਿੱਡਾ ਵੱਡਾ ਇੱਕ ਦਬਾਅ ਪੈਦਾ ਹੋ ਰਿਹਾ ਹੈ। ਉਹ ਦੇਸ਼ ਦੇ ਲੋਕ ਜਿਹੜੇ ਉੱਥੇ ਜਾਣਾ ਚਾਹੁੰਦੇ ਵਾਪਸ, ਜਿਨ੍ਹਾਂ ਨੇ ਟਿਕਟਾਂ ਬੁੱਕ ਕਰਾ ਚੁੱਕੀਆਂ, ਜਿਨ੍ਹਾਂ ਨੇ ਕਈ ਦੇਸ਼ ਦੇ ਇੱਥੋਂ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੇ ਆਪਦੇ ਘੱਟੋ ਘੱਟ ਜ਼ਮੀਨਾਂ ਤੱਕ ਵੇਚ ਦਿੱਤੀਆਂ ਹੋਣਗੀਆਂ ਜਾਂ ਗਹਿਣੇ ਰੱਖ ਦਿੱਤੀਆਂ। ਮੈਨੂੰ ਲੱਗਦਾ ਕਿ ਬਹੁਤਿਆਂ ਦਾ ਕੋਈ ਤਾਲੁਕਾਤ ਵੀ ਨਹੀਂ ਹੋਣਾ, ਜਿਹੜੇ ਕੈਨੇਡਾ ਬੈਠੇ ਨੇ ਨੌਜਵਾਨ ਜਾਂ ਇੱਥੇ ਆਪਣੇ ਇੰਡੀਆ ਵਾਲੇ ਨੇ, ਕਿ ਨਿੱਜਰ ਨੂੰ ਕਿਹਨੇ ਕਤਲ ਕੀਤਾ, ਕਿਉਂ ਕੀਤਾ, ਉਹਦੇ ਬਾਰੇ ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਹੋਵੇ। ਆਮ ਪਬਲਿਕ ਨੂੰ ਤਾਂ ਇਹੀ ਨਹੀਂ ਪਤਾ ਹੋਣਾ ਕਿ ਕਤਲ ਕਿਹਦਾ ਹੋਇਆ। ਜਿਨ੍ਹਾਂ ਨੇ ਇਹਨਾਂ ਨੇ ਇੰਨਾ ਕਰਤਾ, ਉਸ ਨੂੰ ਹਾਈਪ ਕੇ ਦੇਤੀ ਹੈ ਇਸ ਚੀਜ਼ ਨੂੰ, ਇਹ ਆਮ ਪਬਲਿਕ ਨੂੰ ਤਾਂ ਉੱਥੇ ਵੀ ਨਹੀਂ ਪਤਾ ਹੋਣਾ। ਸੋ ਇਸ ਕਰਕੇ ਜਿਹੜੇ ਆਮ ਪਿੰਡਾਂ 'ਚ ਲੋਕ ਬੈਠੇ ਨੇ ਉਹਨਾਂ ਦਾ ਕੀ ਕਸੂਰ ਸੀਗਾ, ਜਿਨ੍ਹਾਂ ਨੇ ਟਿਕਟਾਂ ਬੁੱਕ ਕਰਾ ਚੁੱਕੇ, ਜਿਨ੍ਹਾਂ ਨੇ ਵੀਜ਼ੇ ਲਵਾ ਲਏ, ਜਿਨ੍ਹਾਂ ਨੇ ਆਪਦੀ ਸਿਕਿਉਰਿਟੀਜ਼ ਭਰ ਦਿੱਤੀਆਂ, ਫੀਸਾਂ ਭਰ ਦਿੱਤੀਆਂ, ਉਹਨਾਂ ਦਾ ਕੀ ਕਸੂਰ ਆ? ਉਹਨਾਂ ਬਾਰੇ ਤਾਂ ਕਿ ਇੱਕ ਚੀਜ਼ ਨਹੀਂ ਸੋਚੀ ਔਰ ਇਹ ਕਹਿ ਦਿੱਤਾ ਗਿਆ ਕਿ ਅੱਜ ਤੋਂ ਫੈਸਲਾ ਕਿ ਵੀਜ਼ੇ ਨਵੇਂ ਜਾਰੀ ਨਹੀਂ ਹੋਣਗੇ, ਜਿਨ੍ਹਾਂ ਦੇ ਵੀਜ਼ੇ ਜਾਰੀ ਹੋ ਚੁੱਕੇ ਨੇ ਉਹ ਤਾਂ ਆ ਹੀ ਸਕਣਗੇ। ਪਰ ਇਹ ਕਲੀਅਰ ਨਹੀਂ ਨਾ, ਜਿਨ੍ਹਾਂ ਦੇ ਵੀਜ਼ੇ ਉਹੀ ਨਾ, ਫੀਸ ਤਾਂ ਪਹਿਲਾਂ ਭਰੀ ਜਾਂਦੀ ਨਾ। ਜੇ ਆਪਾਂ ਐਡਮਿਸ਼ਨ ਲੈਂਦੇ ਆ ਸਾਰਾ ਕੁਝ ਉਸ ਤੋਂ ਪਹਿਲਾਂ ਜਦੋਂ ਆਉਂਦੇ ਆ ਉਹਨਾਂ ਦੀ ਫੀਸ ਭਰ ਕੇ ਕਈ ਥਾਵਾਂ ਤੇ ਉਹਨਾਂ ਦੇ ਅਪਲਾਈ ਹੁੰਦੀਆਂ, ਜਿਹੜੇ ਪੈਸੇ ਦੇ ਦਿੱਤੇ ਗਏ ਆ ਉਹ ਤਾਂ ਜੇ ਵੀਜ਼ਾ ਰਿਜੈਕਟ ਹੁੰਦਾ ਤਾਂ ਬਾਅਦ ਦੀ ਗੱਲ ਆ ਨਾ। ਜੇ ਵੀਜ਼ਾ ਰਿਜੈਕਟ ਹੋ ਜੂਗਾ ਉਹ ਤਾਂ ਵਾਪਸ ਉਹਨਾਂ ਦਾ ਆਉਣੀ ਨਹੀਂ ਪੇਮੈਂਟ, ਔਰ ਜਿਹੜੀ ਪੇਮੈਂਟ ਗਈ ਆ ਉਹ ਜੇ ਵਾਪਸ ਹੀ ਨਹੀਂ ਆਈ ਤਾਂ ਜਿਹੜੇ ਪਰਿਵਾਰ ਵਾਪਸ ਜਿਹੜੇ ਪਿੱਛੇ ਬੈਠੇ ਉਹ ਤਾਂ ਰੁੱਲ ਜਾਣਗੇ ਨਾ ਇਸ ਚੀਜ਼ ਨੂੰ ਲੈ ਕੇ। ਇਹ ਵੀ ਹੋ ਸਕਦਾ ਕਿ ਭਾਰਤ ਨੇ ਆਪਣਾ ਥੋੜਾ ਸਖਤ ਰੁਖ ਜਿਹਾ ਦਿਖਾਇਆ ਹੋਵੇ, ਇੱਕ ਆਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਹੋਵੇ, 1-2 ਦਿਨ ਬਾਅਦ ਫੈਸਲਾ ਵਾਪਸ ਲਿਆ ਜਾਵੇ। ਦੇਖੋ, ਇਹ ਜਿਹੜਾ ਫੈਸਲਾ ਹੈ ਇਹ ਤਾਂ ਹੁਣ ਆਪਾਂ ਕਹਿ ਦਈਏ ਫਿਊਚਰ ਆ, ਭਵਿੱਖ ਦੀ ਬੁੱਕਲ ਦੇ ਵਿੱਚ ਆ, ਜੋ ਵੀ ਉਹ ਫੈਸਲਾ ਲੈ ਸਕਦੇ, ਮੇਬੀ 2 ਜਾਂ 4 ਦਿਨਾਂ ਬਾਅਦ ਸਾਰਾ ਕੁਝ ਠੀਕ ਹੋ ਜੇ। ਪਰ ਅੱਜ ਦੀ ਘੜੀ ਜਿਹੜਾ ਇੱਕ ਸੈੱਟ ਕਰ ਦਿੱਤਾ ਆਮ ਪਬਲਿਕਸ ਤੇ, ਉਸ ਚੀਜ਼ ਨੂੰ ਆਪਾਂ ਗੌਰ ਜ਼ਰੂਰੀ ਕਰੀਏ ਕਿ ਉਹ ਲੋਕਾਂ ਦੇ ਉੱਤੇ ਕੀ ਬੀਤ ਰਹੀ ਹੈ। ਸੋ ਇਸ ਕਰਕੇ ਜਿਹੜਾ ਇਹ ਫੈਸਲਾ ਸੀਗਾ, ਇਹ ਪਹਿਲੀ ਗੱਲ ਤਾਂ ਇਹਨੂੰ ਇੱਕ ਜੇ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ ਨਾਲ ਦੀ ਨਾਲ UN ਤੁਹਾਡੇ ਏਡਾ ਵੱਡੀ ਅਦਾਲਤ ਹੈ, ਉਹ ਕੁਝ ਟ੍ਰੀਟੀਜ਼ ਨੇ, ਜੇ ਇਹਨਾਂ ਨੇ ਇਹ ਕੀਤਾ ਹੈ, ਕਤਲੇਆਮ ਕੀਤਾ ਹੈ, ਤਾਂ ਉਹਦੇ ਵਿੱਚ ਆਪਾਂ ਸਭ ਤੋਂ ਵੱਡੀ ਗੱਲ ਹੈ ਕਿ ਜੇ ਕਿਸੇ ਨੇ ਸਾਡੇ ਦੇਸ਼ ਦੇ ਵਿੱਚ ਕੋਈ ਟੈਰਰਿਸਟ ਐਕਟ ਕਰ ਰਿਹਾ ਜਾਂ ਹੋਰ ਕੁਛ, ਉਹਦੇ ਵਿੱਚ ਸਭ ਕੁਛ ਟ੍ਰੀਟੀਜ਼ ਨੇ, ਦੇਸ਼ ਤੋਂ ਇੱਕ ਦੂਜੇ ਤੋਂ ਦੇਸ਼ ਤੋਂ ਦੂਜਾ ਬੰਦਾ ਅਸੀਂ ਮੰਗ ਸਕਦੇ ਹਾਂ, ਤਾਂ ਉਸ ਟ੍ਰੀਟੀ ਦੇ ਥਰੂ ਅਸੀਂ ਵਾਪਸ ਲੈ ਕੇ ਆ ਸਕਦੇ ਹਾਂ। ਜੇ ਸਾਡੇ ਦੇਸ਼ 'ਚ ਉਹਦੇ ਕਰਕੇ ਕੋਈ ਮਤਲਬ ਕੋਈ ਵੀ ਐਕਟੀਵਿਟੀ ਜਾਂ ਹੁੰਦੀ ਹੈ ਜਾਂ ਉਹ ਲਾਗੂ ਹੋ ਰਹੀ ਹੈ ਉੱਥੇ, ਤਾਂ ਉਹਨੂੰ ਉਸ ਟ੍ਰੀਟੀ ਦੇ ਥਰੂ ਕਿਉਂ ਨਹੀਂ ਅਸੀਂ ਵਾਪਸ ਲਿਆ? ਅਸੀਂ ਗੱਲਬਾਤ ਨਾ ਕਰਕੇ ਬੰਦੇ ਨੂੰ ਵਾਪਸ ਕਿਉਂ ਨਹੀਂ ਲਿਆਂਦਾ? ਸਾਡੇ ਕੋਲ ਜਦੋਂ ਸਾਰਾ ਕੁਝ ਹੈਗਾ ਫਿਰ ਅਸੀਂ ਐਵੇਂ ਕਿਉਂ ਐਲੀਗੇਸ਼ਨ ਲਵਾਏ ਆਪਦੇ ਉੱਤੇ? ਇਹ ਇੱਕ ਵੱਡਾ ਸਵਾਲ ਹੈ। ਔਰ ਉਸ ਚੀਜ਼ ਨੂੰ ਦੇਖਦੇ ਹੋਏ ਜੇ ਅਸੀਂ ਉਹਦਾ ਰਿਐਕਟ ਐਸਾ ਕਰ ਰਹੇ ਹਾਂ ਦੇਸ਼ ਦੇ ਲਈ, ਔਰ ਉਹ ਅੱਗੋਂ ਦੂਸਰਾ ਦੇਸ਼ ਉਹ ਐਸਾ ਰਿਐਕਟ ਕਰ ਰਿਹਾ, ਔਰ ਆਮ ਪਬਲਿਕ ਜਿਹੜੀ ਆ ਉਹ ਪੀਸੀ ਜਾ ਰਹੀ ਹੈ ਉਸ ਦੇ ਵਿੱਚ, ਇਹ ਦੂਸਰਾ ਵੱਡਾ ਸਵਾਲ ਹੈ। ਉਹਨਾਂ ਦਾ ਕੀ ਕਸੂਰ ਹੈ ਲੋਕਾਂ ਦਾ? ਸੋ ਇਹ ਵੀ ਇਸ ਨੂੰ ਇਸ ਐਂਗਲ ਤੋਂ ਲਿਆ ਜਾ ਸਕਦਾ ਕਿ ਕਿਸੇ ਵਿਅਕਤੀ ਦਾ ਕਤਲ ਹੋਇਆ, ਇਨਸਾਨ ਦਾ ਕਤਲ ਹੋਇਆ, ਉਹਨੂੰ ਇਹ ਭੁੱਲ ਜਾਓ ਕਿਸੇ ਧਰਮ ਦਾ, ਕਿਸੇ ਦੇਸ਼ ਦਾ, ਉਹਦੇ ਜਿਹਨੇ ਵੀ ਉਹਨੂੰ ਕਤਲ ਕੀਤਾ ਉਹਨੂੰ ਸਜ਼ਾ ਤਾਂ ਬਣਦੀ ਆ। ਇੰਡੀਆ ਵਾਲੇ ਜੇਕਰ ਭਾਰਤ ਵਾਲੇ ਇਹ ਕਹਿੰਦੇ ਕਿ ਹਾਂਜੀ ਜਿਹੜਾ ਵੀ ਮੁਲਜ਼ਮ ਆ
ਉਹਨੂੰ ਉਹਦੇ ਉੱਤੇ ਮੁਕੱਦਮਾ ਚਲਾਓ। ਜੇਕਰ ਦੋਸ਼ੀ ਹੋ ਜਾਂਦਾ ਅਸੀਂ ਵੀ ਉਹਨੂੰ ਦੋਸ਼ੀ ਮੰਨਾਂਗੇ, ਕੀ ਹਰਜ ਸੀਗਾ। ਦੇਖੋ ਸਭ ਤੋਂ ਵੱਡੀ ਮੈਂ ਤੁਹਾਨੂੰ ਸਭ ਸਟਾਰਟਿੰਗ 'ਚ ਇਹ ਗੱਲ ਕੀਤੀ ਕਿ ਇੱਕ ਦੇਸ਼ ਨੇ ਇੱਕ ਲਾਈਫ ਦੀ ਕੀਮਤ ਦੱਸੀ ਕਿ ਸਾਡੇ ਦੇਸ਼ ਦਾ ਸਿਟੀਜ਼ਨ ਸੀਗਾ, ਉਸ ਤੇ ਇਸ ਦੇਸ਼ ਦੇ ਹੱਥ ਹੋਣ ਕਰਕੇ ਉਹਨਾਂ ਨੇ ਸਾਡੇ ਦੇਸ਼ ਦਾ ਸਿਟੀਜ਼ਨ ਨੂੰ ਕਤਲ ਕੀਤਾ, ਜੋ ਕਿ ਸਾਡੇ ਦੇਸ਼ ਦੇ ਵਿੱਚ ਅਸੀਂ ਦੇਖਿਆ ਜਾਵੇ ਸਭ ਤੋਂ ਵੱਡੀ ਐਗਜ਼ਾਮਪਲ ਕੋਟ ਕਰਦੇ ਆਪਾਂ 84 ਹੋਈ, 84 ਦੇ ਵਿੱਚ ਲੱਖਾਂ ਕਤਲੇਆਮ ਹੋਏ, ਦਿੱਲੀ ਦੇ ਵਿੱਚ ਕਤਲੇਆਮ ਹੋਏ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੁੰਦੇ ਰਹੇ, 84 ਤੋਂ ਬਾਅਦ 92 ਤੱਕ ਦੇਖੋ ਕਿੰਨੇ ਕਤਲ ਹੁੰਦੇ ਰਹੇ ਪੰਜਾਬ ਦੇ ਵਿੱਚ, ਨੌਜਵਾਨ ਕੱਢ ਮਾਰ ਦਿੱਤੇ ਗਏ। ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਦੇਖੋ ਕੀ ਹੋ ਰਿਹਾ ਸੀਗਾ। ਹੁਣ ਲੇਟੈਸਟ ਇੱਕ ਮਣੀਪੁਰ ਦੇ ਵਿੱਚ ਕਿੱਡੀ ਵੱਡੀ ਐਗਜ਼ਾਮ ਹੋਈ ਆ, ਉੱਥੇ PM ਨਹੀਂ ਬੋਲਿਆ, ਸਾਡਾ ਹੋਮ ਮਿਨਿਸਟਰ ਨਹੀਂ ਸਾਡੀ ਕੋਈ ਬਿਆਨ ਆਇਆ। ਸੋ ਜਿੱਥੇ ਇੱਕ ਦੇਸ਼ ਦੇ ਵਿੱਚ ਅਸੀਂ ਇਹ ਗੱਲਾਂ ਕਰ ਰਹੇ ਹਾਂ ਕਿ ਅਸੀਂ ਸਾਰਿਆਂ ਨੂੰ ਏਕਤਾ ਦੇ ਨਾਲ ਲੈ ਕੇ ਚੱਲ ਰਹੇ ਹਾਂ, ਔਰ ਦੂਜੇ ਪਾਸੇ ਅਸੀਂ ਉਹਨਾਂ ਦੀ ਲਾਈਫ ਦੀ ਕਦਰ ਹੀ ਨਹੀਂ ਪਾ ਰਹੇ। ਜਿਹੜੀਆਂ ਔਰਤਾਂ ਵਾਸਤੇ ਜਿਨ੍ਹਾਂ ਨੂੰ ਅਸੀਂ ਐਡਾ ਵੱਡਾ ਇੱਕ ਉਹ ਦਿੰਨੇ ਆ, ਅਹੁਦਾ ਦਿੰਨੇ ਆ ਕਿ ਸਭ ਤੋਂ ਵੱਡੀ ਮਾਂ ਹੁੰਦੀ ਆ, ਔਰ ਉਹਨਾਂ ਕਰਨ ਦਿੱਤਾ ਜਾ ਰਿਹਾ। ਹਾਂਜੀ, ਜਿਵੇਂ ਹੁਣ ਇਹ ਦੇ ਰਹੇ ਆ, ਉਸ ਤੇ ਇੱਕ ਪਾਸੇ ਤਾਂ ਉਹਨਾਂ ਨੂੰ ਐਡੇ ਵੱਡੇ ਅਹੁਦੇ ਦਿੱਤੇ ਜਾਂਦੇ, ਉਹਨਾਂ ਨੂੰ ਇਹ ਕਹਿੰਦਾ ਇਹਨਾਂ ਦੀ ਇਸ ਤੋਂ ਵੱਡੀ ਸਾਡੇ ਵਾਸਤੇ ਕੋਈ ਇੱਜ਼ਤ ਆ, ਸਾਡੇ ਦੇਸ਼ ਦੀ ਇੱਜ਼ਤ ਹੈ, ਔਰ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਇੱਕ ਆਪਾਂ ਕਹਿ ਦਈਏ ਕਿ ਬਿਨਾਂ ਵਸਤਰ ਤੋਂ ਬਿਨਾਂ ਕੱਪੜਿਆਂ ਤੋਂ ਉਹਨਾਂ ਨੂੰ ਗਲੀਆਂ ਦੇ ਵਿੱਚ ਰੱਖ ਰਹੇ ਹੋ, ਔਰ ਤੁਸੀਂ ਉਸ ਤੇ ਇੱਕ ਟਿੱਪਣੀ ਤੱਕ ਨਹੀਂ ਦੇ ਰਹੇ, ਉਹਨਾਂ ਨੂੰ ਸਜ਼ਾ ਤੱਕ ਨਹੀਂ ਦੇ ਰਹੇ। ਬਾਕੀ ਮੀਡੀਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜਾ ਆਪਾਂ ਜਿਹਨੂੰ ਗੋਦੀ ਮੀਡੀਆ ਅੱਜ ਕੱਲ੍ਹ ਦੇਸ਼ 'ਚ ਕਿਹਾ ਜਾਂਦਾ, ਉਹਨੇ ਇੱਕ ਵਾਰੀ ਵੀ ਸਟਾਰਟਿੰਗ 'ਚ 2 ਜਾਂ 3 ਦਿਨ ਖਬਰ ਸੁਣਾ ਕੇ ਅੱਜ ਤੱਕ ਮਣੀਪੁਰ ਦੀ ਗੱਲ ਨਹੀਂ ਕੀਤੀ। ਜੇ ਆਪਾਂ ਕਹਿ ਦਈਏ ਕਿ ਹੋਰ ਕਿਤੇ ਐਸੀ ਦੇਸ਼ ਦੀ ਸਰਕਾਰ ਦੇ ਖਿਲਾਫ ਕੋਈ ਗੱਲ ਹੁੰਦੀ ਆ, ਉਹਨੂੰ ਜਮਾਂ ਹੀ ਦਬਾ ਦਿੱਤਾ ਜਾਂਦਾ ਤਾਂ ਕਿ ਉਸ ਆਮ ਪਬਲਿਕ ਤੱਕ ਗੱਲ ਹੀ ਨਾ ਪਹੁੰਚ ਸਕੇ। ਪਰ ਜਸਟਿਨ ਟਰੂਡੋ ਨੂੰ ਤਾਂ ਇਦਾਂ ਪੇਸ਼ ਕਰਤਾ, ਜਿਹੜਾ ਸਾਡਾ ਨੈਸ਼ਨਲ ਮੀਡੀਆ, ਗੋਦੀ ਮੀਡੀਆ ਜਿਹਨੂੰ ਅਕਸਰ ਕਿਹਾ ਜਾਂਦਾ ਹੈ, ਕਿ ਜਿਵੇਂ ਖਾਲਿਸਤਾਨੀ ਦਾ ਪੱਕਾ ਹਮੈਤੀ ਹੋਵੇ। ਉਹ ਇਹ ਵੀ ਕਹੇ ਜਾ ਰਹੇ ਸੀ ਕਈ ਐਂਕਰ ਦਾ ਕਿ ਫੰਡਿੰਗ ਕੀਤੀ ਜਾ ਰਹੀ ਹੈ ਖਾਲਿਸਤਾਨੀਆਂ ਨੂੰ, ਜਾਂ ਫਿਰ ਖਾਲਿਸਤਾਨੀ ਤੋਂ ਪੈਸੇ ਲਏ ਜਾ ਰਹੇ ਨੇ, ਪੈਸੇ ਲੈਣ ਦੀ ਚਾਲ ਆ। ਐਵੇਂ ਦੀਆਂ ਬਹੁਤ ਸਾਰੀਆਂ ਗੱਲਾਂ ਆ ਰਹੀਆਂ ਨੇ। ਕੀ ਲੱਗਦਾ ਕਿ ਠੀਕ ਹੈ, ਇੱਕ ਕਤਲ ਹੋਇਆ, ਉਹਨੂੰ ਕਤਲ ਤੱਕ ਰਹਿ ਦੇਣਾ ਚਾਹੀਦਾ ਕਿ ਮੁਲਜ਼ਮਾਂ ਨੂੰ ਫੜੋ, ਐਵੇਂ ਦੂਜੇ ਦੇਸ਼ਾਂ ਨਾਲ ਸੰਬੰਧ ਵਿਗਾੜਨ ਦੀ ਤਾਂ ਕੋਈ ਆਈਡੀਆ ਨਹੀਂ? ਦੇਖੋ ਸਭ ਤੋਂ ਵੱਡੀ ਗੱਲ ਤੁਹਾਡੇ ਆਪਦੇ ਕੁਐਸਚਨ ਦੇ ਵਿੱਚ ਜਵਾਬ ਆਉਂਦਾ ਕਿ ਜੇ ਉਹਨਾਂ ਨੇ ਐਲੀਗੇਸ਼ਨ ਲਾਏ ਸੀਗੇ, ਤੁਹਾਡਾ ਸਭ ਤੋਂ ਪਹਿਲਾਂ ਫਰਜ਼ ਸੀਗਾ ਤੁਸੀਂ ਐਲੀਗੇਸ਼ਨ ਜਿਹੜੇ ਉਹਨਾਂ ਨੇ ਲਾਏ ਉਹਨਾਂ ਦਾ ਪ੍ਰੂਫ ਮੰਗੋ, ਔਰ ਉਸ ਨੂੰ UNA ਦੇ ਵਿੱਚ ਲੈ ਕੇ ਆਓ, ਉਹਨਾਂ ਦੇ ਬੈਠ ਕੇ ਔਨ ਟੇਬਲ ਗੱਲ ਕੀਤੀ ਜਾਵੇ, ਜਿਹੜੇ ਸਾਡੇ ਤੇ ਐਲੀਗੇਸ਼ਨ ਲਾਏ ਉਹਨਾਂ ਨੂੰ ਸਾਬਤ ਕੀਤਾ ਜਾਵੇ। ਨਾ ਕਿ ਇਹ ਗੱਲਾਂ ਉੱਠਣੀਆਂ ਚਾਹੀਦੀਆਂ ਕਿ ਜਿਹੜੇ ਉਹਨਾਂ ਨੇ ਖਾਲਿਸਤਾਨ ਦੇ ਹਮੈਤੀ ਨੇ, ਖਾਲਿਸਤਾਨ ਦੇ ਖਿਲਾਫ ਉਹਨਾਂ ਨੇ ਜਸਟਿਨ ਟਰੂਡੋ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਕੈਨੇਡਾ ਦਾ ਨਾਮ ਬਦਲ ਕੇ ਖਾਲਿਸਤਾਨ ਰੱਖ ਦੇਣਾ ਚਾਹੀਦਾ। ਇਹ ਵੀ ਇੱਕ ਆਪਣਾ ਗੋਦੀ ਮੀਡੀਆ ਇਹ ਵੀ ਗੱਲ ਕਰ ਰਿਹਾ ਕਿ ਇੱਕ ਕੰਟਰੀ ਦੇ ਖਿਲਾਫ ਤੁਸੀਂ ਕਿੰਨੇ ਐਲੀਗੇਸ਼ਨ ਲਾਈ ਜਾਂਦੇ ਹੋ। ਜੇ ਇਹਨਾਂ ਨੇ ਸਾਡੇ ਖਿਲਾਫ ਇੱਕ ਲਾਇਆ ਤਾਂ ਤੁਸੀਂ ਇੱਕ ਜਿੰਨੇ ਵੀ ਉੱਥੇ ਦੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਸਿੱਖ ਵੋਟਾਂ ਪਾਉਣ ਵਾਸਤੇ ਲੈਣ ਵਾਸਤੇ ਇਹਨਾਂ ਨੇ ਏਡਾ ਵੱਡਾ ਸਾਡੇ ਤੇ ਐਲੀਗੇਸ਼ਨ ਲਾਤਾ। ਜੇ ਉਹ ਐਲੀਗੇਸ਼ਨ ਲਾ ਰਹੇ ਨੇ, ਜੇ ਉਹ ਸਿੱਖ ਵੋਟਾਂ ਦੀ ਗੱਲ ਕਰ ਰਹੇ, ਤੁਸੀਂ ਸਾਰੇ ਦੇ ਸਾਰੇ ਸਿੱਖਾਂ ਨੂੰ ਖਾਲਿਸਤਾਨੀ ਬਣਾਤਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇੱਕ ਜਿਨ੍ਹਾਂ ਨੇ ਪੱਗਾਂ ਬੰਨੀਆਂ ਨੇ ਉਹਨਾਂ ਨੂੰ ਖਾਲਿਸਤਾਨ ਦੇ ਹਮੈਤੀ ਬਣਾਤਾ। ਹਰਜੀਤ ਸਿੰਘ ਗਰੇਵਾਲ ਤਾਂ ਇਹ ਕਹਿਣ ਲੱਗੇ ਕਿ ਉੱਥੋਂ ਦੇ ਖਾਲਿਸਤਾਨੀਆਂ ਤੋਂ ਟਰੂਡੋ ਨੇ ਵੋਟਾਂ ਆ ਰਹੀਆਂ ਨੇ, ਮੋਟਾ ਫੰਡ ਲੈਣਾ, ਤਾਂ ਕਰਕੇ ਸਿੱਖਾਂ ਦੀ ਜਾਂ ਖਾਲਿਸਤਾਨ ਦੀ ਹਮਾਇਤ ਕਰਦੇ ਪਏ ਨੇ ਟਰੂਡੋ। ਗਰੇਵਾਲ ਸਾਹਿਬ ਨੂੰ ਇੱਕ ਚੀਜ਼ ਇਹ ਵੀ ਦੇਖਣੀ ਚਾਹੀਦੀ ਕਿ ਉਹਨਾਂ ਦੇ ਫੈਮਿਲੀ ਦੇ ਵਿੱਚੋਂ ਵੀ ਕਈ ਸਿੱਖ ਹੋਣਗੇ ਜਿਹੜੇ ਉੱਥੇ ਕੈਨੇਡਾ ਬੈਠੇ ਨੇ, ਮਤਲਬ ਉਹ ਵੀ ਖਾਲਿਸਤਾਨ ਦੇ ਹਮੈਤੀ ਹੋ ਗਏ। ਫਿਰ ਇਹ ਚੀਜ਼ਾਂ ਤਾਂ ਇੱਕ ਸਟੇਟਮੈਂਟ ਦੇਣ ਤੋਂ ਪਹਿਲਾਂ ਸੋਚਣੀਆਂ ਚਾਹੀਦੀਆਂ ਕਿ ਉਹਨਾਂ ਨੂੰ ਇਹ ਸੋਚ ਰਹੇ ਨੇ, ਉਹ ਬੋਲ ਰਹੇ ਨੇ ਕਿ ਉੱਥੋਂ ਦੇ ਜਿੰਨੇ ਵਾਸੀ ਨੇ, ਜਿੰਨੇ ਪੰਜਾਬੀ ਨੇ, ਉਹ ਸਾਰੇ ਖਾਲਿਸਤਾਨ ਨੇ, ਔਰ ਤੁਸੀਂ ਨਾਲ ਚੱਲ ਰਹੇ ਹੋ ਉਹਨਾਂ ਦੇ। ਜੇ ਮੀਡੀਆ ਬਾਕੀ ਦੇ ਜਿਹੜੇ ਗੋਦੀ ਮੀਡੀਆ ਜੇ ਉਹ ਇਹ ਚੀਜ਼ ਨੂੰ ਪ੍ਰਚਾਰ ਕਰ ਰਿਹਾ ਤਾਂ ਤੁਸੀਂ ਉਹਨਾਂ ਦੇ ਨਾਲ ਹਮਾਇਤ ਹੋ ਰਹੇ ਹੋ। ਤੁਸੀਂ ਸਰਕਾਰ ਦੇ ਵਿੱਚ ਬੈਠੇ ਹੋ, ਤੁਹਾਡੀ ਗੱਲਬਾਤ ਹੈ, ਤੁਸੀਂ ਜਾ ਕੇ ਗੱਲ ਕਰੋ ਕਿ ਜਿਹੜੇ ਸਾਰੇ ਸਿੱਖ ਨੇ ਉਹ ਖਾਲਿਸਤਾਨ ਦੇ ਹਮਾਇਤੀ ਨਹੀਂ ਹੈਗੇ, ਔਰ ਨਾ ਹੀ ਉਹਨਾਂ ਨਾਲ ਐਸਾ ਕੋਈ ਵਿਹਾਰ ਕੀਤਾ ਜਾਵੇ। ਉਹਨਾਂ ਦੀ ਸੇਫਟੀ ਵਾਸਤੇ ਤੁਸੀਂ ਗੱਲ ਨਹੀਂ ਕਰ ਰਹੇ, ਔਰ ਤੁਸੀਂ ਇਹ ਕਹਿ ਰਹੇ ਹੋ ਕਿ ਉੱਥੋਂ ਦੇ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਨੂੰ ਖਾਲਿਸਤਾਨ ਦੇ ਹਮਾਇਤ ਮਿਲ ਰਹੀ ਹੈ, ਇਸ ਕਰਕੇ ਉਹਨਾਂ ਨੇ ਇਹ ਸਟੈਪ ਲਿਆ ਔਰ ਇਸ ਕਰਕੇ ਇਹ ਗੱਲ ਕਰ ਰਹੇ ਨੇ। ਪਰ ਜਿਹੜੇ ਹਰਦੀਪ ਸਿੰਘ ਨਿੱਜਰ ਸੀ ਉਹ ਤਾਂ ਕਾਫੀ ਸਮਾਜ ਸੇਵਾ ਦਾ ਕੰਮ ਕਰਦੇ ਸੀਗੇ। ਜਿਹੜੇ ਆਪਣੇ ਨੌਜਵਾਨ ਜਾਂਦੇ ਆ, ਕਈ ਵਾਰੀ ਕਿਸੇ ਨੂੰ ਜੋਬ ਨਹੀਂ ਮਿਲਦੀ, ਉਹਨਾਂ ਨੂੰ ਲੰਗਰ ਵਗੈਰਾ ਦਾ ਪ੍ਰਬੰਧ ਕਰਨਾ, ਇਸ ਤਰ੍ਹਾਂ ਦੇ ਕੰਮ ਸੀ ਉਹਦੇ ਇਨਸਾਨੀਅਤ ਵਾਲੇ। ਉੱਦਾਂ ਟਾਰਗੇਟ ਕਰਨਾ, ਮਰਵਾ ਦੇਣਾ, ਉਹਦੇ ਪਿੱਛੇ ਕੈਨੇਡਾ ਨੂੰ ਵੀ ਜਲਦੀ ਜਿਹੜੇ ਕਾਤਲ ਨੇ ਉਹਨਾਂ ਨੂੰ ਫੜ ਲੈਣਾ ਚਾਹੀਦਾ, ਸਿੱਖਾਂ ਪਿੱਛੇ ਡੱਕ ਦੇਣਾ ਚਾਹੀਦਾ। ਦੇਖੋ ਜਿਹੜਾ ਇਹਨਾਂ ਨੇ ਕਤਲ ਹੋਇਆ, ਜਿਹੜਾ ਨਿੱਜਰ ਸਾਹਿਬ, ਜਿਹੜੇ ਇੱਕ ਗੱਲ ਹੈ ਕਿ ਉਹਨਾਂ ਦਾ ਕਤਲ ਹੋਇਆ, ਜੇ ਉਹਨਾਂ ਦੀ ਕੋਈ ਐਕਟੀਵਿਟੀ ਹੈਗੀ ਸੀਗੀ, ਸਭ ਤੋਂ ਪਹਿਲਾਂ ਜੇ ਤੁਸੀਂ ਮਰਵਾਉਣ ਗਏ ਹੋ ਤਾਂ ਤੁਹਾਡੇ ਕੋਲੇ ਇੰਨੀਆਂ ਏਜੰਸੀਜ਼ ਹੈਗੀਆਂ ਨੇ, ਤੁਸੀਂ ਉਹਨਾਂ ਦੇ ਖਿਲਾਫ ਆਪਣੇ ਐਵੀਡੈਂਸ ਦਿਓ, ਔਰ ਉਸ ਦੇਸ਼ ਨੂੰ ਦਿੱਤਾ ਜਾਵੇ ਕਿ ਇਹ ਬੰਦੇ ਨੇ ਸਾਡੇ ਦੇਸ਼ ਦੇ ਵਿੱਚ ਇਹ ਐਕਟੀਵਿਟੀਜ਼ ਕੀਤੀਆਂ ਨੇ। 15 ਸਾਲ ਦੀ ਉਮਰ ਸੀ ਉਦੋਂ, ਉਹ ਤਾਂ ਬਾਹਰ ਚੱਲ ਗਈ ਸੀ, ਇੱਥੇ ਤਾਂ ਰਹੀ ਨਹੀਂ, ਉਹ ਇੱਥੇ ਕੋਈ ਐਕਸ਼ਨ ਨਹੀਂ ਕੀਤਾ। ਨਹੀਂ, ਉਹੀ ਮੈਂ ਕਹਿ ਰਿਹਾ ਨਾ, ਜੇ ਉਹਨਾਂ ਦਾ ਉੱਥੋਂ ਵੀ ਹੈਗਾ ਸੀਗਾ ਤਾਂ ਇਹਨਾਂ ਨੂੰ ਦੇਣਾ ਚਾਹੀਦਾ ਸੀ ਉਹ ਦੇਸ਼ ਨੂੰ,
ਉਸ ਦੇ ਸਾਹਮਣੇ ਐਵੀਡੈਂਸ ਰੱਖਦੇ ਉਹਨਾਂ ਨੂੰ ਉਹ ਕੋਈ ਟ੍ਰੀਟੀਜ਼ ਜਿਹੜੀਆਂ ਹੈਗੀਆਂ ਨੇ ਉਹਦੇ ਥਰੂ ਉਹਨਾਂ ਨੂੰ ਇੰਡੀਆ ਵਾਪਸ ਲੈ ਕੇ ਆਉਂਦੇ, ਜਿਹੜੇ ਟੈਰਰਿਸਟ ਟ੍ਰੀਟੀਜ਼ ਨੇ ਉਹਨਾਂ ਥਰੂ ਵਾਪਸ ਲੈ ਕੇ ਆਉਂਦੇ ਵੀ ਸਾਡੇ ਦੇਸ਼ 'ਚ ਇਹਨਾਂ ਨੇ ਆਹ ਐਕਟੀਵਿਟੀ ਕੀਤੀ ਹੈ, ਸਾਡੇ ਤੇ ਸਜ਼ਾ ਬਣਦੀ ਹੈ। ਸੋ ਜਿਹੜੀਆਂ ਗੱਲਾਂ ਨੇ ਇਹ ਕਰਦੇ ਨੇ, ਇਹਨਾਂ ਨੇ ਇੱਕ ਜੇ ਕਤਲ ਕਰਾਇਆ, ਕਤਲ ਕਰਵਾ ਦਿੱਤਾ ਗਿਆ ਤੇ ਇੱਕ ਉਹ ਸ਼ਖਸ ਉਹਨਾਂ ਨੇ ਇੱਕ ਲਾਈਫ ਦੀ ਇੰਪੋਰਟੈਂਸ ਦੱਸੀ ਉਸ ਤੋਂ ਬਾਅਦ ਕਿ ਦੇਖੋ ਸਾਡੇ ਦੇਸ਼ ਦੇ ਵਿੱਚ ਇੱਕ ਕਤਲ ਕੀਤਾ ਜਿਹੜਾ ਸਿਟੀਜ਼ਨਸ਼ਿਪ ਸੀਗਾ ਇੱਥੋਂ ਦਾ, ਉਹਦੀ ਲਾਈਫ ਦੀ ਜਿਹੜੀ ਗਈ ਹੈ ਉਹਦੇ ਜ਼ਿੰਮੇਵਾਰ ਇੰਡੀਆ ਦੇਸ਼ ਗਵਰਨਮੈਂਟ ਹੈ। ਸੋ ਇਸ ਕਰਕੇ ਉਹਨਾਂ ਨੇ ਕਦਰ ਦੱਸੀ ਹੈ ਔਰ ਸਾਡੇ ਵਾਲੇ ਨੇ ਜੇ ਇੱਕ ਵਾਕਈ ਤੁਸੀਂ ਕਦਰ ਚਾਹੁੰਦੇ ਤੁਸੀਂ ਪਹਿਲਾਂ ਆਪਣੇ ਦੇਸ਼ ਦੇ ਜਿਹੜੇ ਹੈਗੇ ਨੇ ਜਿਹੜੇ ਚੱਲ ਰਹੀਆਂ ਪ੍ਰੋਬਲਮਸ ਉਹਨਾਂ ਨੂੰ ਹੱਲ ਕੀਤਾ ਜਾਵੇ, ਨਾ ਕਿ ਹੋਰ ਉਤੋਂ ਕ੍ਰੀਏਟ ਕੀਤੀਆਂ ਜਾਣ ਕਿ ਅਸੀਂ ਜਿਹੜੇ ਉੱਥੋਂ ਦੇਸ਼ 'ਚ ਰਹਿੰਦੇ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਹੜਬੜੀ ਹੋ ਜੇ ਔਰ ਜਿਹੜੇ ਇੱਥੇ ਰਹਿੰਦੇ ਉਹਨਾਂ ਦੇ ਉੱਤੇ ਵੀ ਕੋਈ ਵੱਡੀ ਗੱਲ ਹੋ ਜੇ। ਪਾਕਿਸਤਾਨ ਨੂੰ ਪਹਿਲਾਂ ਜੋ ਲੋਕ ਸਭਾ ਚੋਣਾਂ ਹੋਈਆਂ ਸੀ 56 ਇੰਚੀ ਛਾਤੀ ਦਾ ਜਿਹੜਾ ਪ੍ਰਚਾਰ ਕਰਕੇ ਪਾਕਿਸਤਾਨ ਦੇ ਖਿਲਾਫ ਵੋਟਾਂ ਹਾਸਲ ਕਰ ਲਈਆਂ ਸੀਗੀਆਂ। ਹੁਣ ਇਹ ਤਾਂ ਨਹੀਂ ਕਿ ਕੈਨੇਡਾ ਨੂੰ ਬਦਨਾਮ ਕਰਕੇ ਕੋਈ ਹੋਰ ਇੰਡੀਆ ਦੇ ਵਿੱਚ ਵੀ ਕੋਈ ਵੋਟਾਂ ਦੀ ਚਾਲ ਹੋਵੇ। ਦੇਖੋ ਇਹਨੂੰ ਆਪਾਂ ਇਹ ਚੀਜ਼ ਨੂੰ ਆਪਾਂ ਜ਼ਰੂਰ ਕੰਸੀਡਰ ਕਰ ਸਕਦੇ ਹਾਂ। ਜਦੋਂ ਇਲੈਕਸ਼ਨ ਆਉਂਦੇ ਆ ਇਹ ਉਦੋਂ ਹੀ ਐਸੀ ਗੱਲਾਂ ਕਿਉਂ ਸ਼ੁਰੂ ਹੁੰਦੀਆਂ ਨੇ। ਜਦੋਂ ਪਿਛਲੀ ਵਾਰੀ ਹੋਇਆ ਉਸ ਤੋਂ ਉਹ ਆਪਣੇ ਦੇਸ਼ ਦੇ ਜਿਹੜੇ ਸੈਨਿਕ ਸੀਗੇ ਉਹਨਾਂ ਦਾ ਬਲਾਸਟ ਹੋ ਗਏ, ਉਹਨਾਂ ਦੀ ਜਾਨ ਚਲੀ ਗਈ, ਉਹ ਇੱਕ ਬਹੁਤ ਵੱਡਾ ਮੁੱਦਾ ਬਣ ਗਿਆ। ਉਸ ਤੋਂ ਬਾਅਦ ਜਿਹੜਾ ਪਾਕਿਸਤਾਨ ਵਾਲਾ ਜਿਹੜਾ ਮੁੱਦਾ ਤੁਸੀਂ ਗੱਲ ਕਰ ਰਹੇ ਹੋ ਉਹ ਇੱਕ ਬਣ ਗਿਆ ਔਰ ਉਸ ਤੋਂ ਬਾਅਦ ਹੁਣ ਐਰਕੀ ਜਿਹੜਾ ਇਲੈਕਸ਼ਨ ਆਉਣ ਵਾਲਾ ਤੇ ਇੱਕ ਇਹ ਮੁੱਦਾ ਬਣ ਗਿਆ। ਇਹ ਦੁਬਾਰਾ ਫਿਰ ਉਹੀ ਗੱਲਾਂ 'ਚ ਆਉਣਾ ਚਾਹੁੰਦੇ ਆ ਕਿ ਇੱਕ ਹਿੰਦੂ ਵੱਖਰੇ ਆ, ਇਹ ਹੁਣ ਸਿੱਖਾਂ ਨਾਲ ਹੋ ਗਏ ਆ ਕਿ ਸਿੱਖ ਵੱਖਰੇ ਨੇ। ਜਿਹੜੇ ਹਿੰਦੂ ਕੱਟੜ ਆਗੂ ਨੇ, ਹਾਲਾਂਕਿ ਉੱਥੇ ਹਿੰਦੂ ਸਿੱਖ ਦਾ ਕੋਈ ਮਤਭੇਦ ਨਹੀਂ, ਕੈਨੇਡਾ 'ਚ ਮੁੰਡੇ ਸਾਰੇ ਇਕੱਠੇ ਰਹਿੰਦੇ ਆ, ਚਾਹੇ ਉੱਥੇ ਮੁਸਲਮਾਨਾਂ ਦਾ ਹੋਵੇ ਚਾਹੇ ਹਿੰਦੂਆਂ ਦਾ ਹੋਵੇ, ਸਿੱਖਾਂ ਦਾ ਹੋ ਸਕਦਾ ਬੇਸਮੈਂਟਾਂ 'ਚ ਸਾਰੇ ਇਕੱਠੇ ਰਹਿੰਦੇ ਹੋਣ, ਉਹਨਾਂ 'ਚ ਕੋਈ ਮਤਭੇਦ ਨਹੀਂ। ਇੱਥੋਂ ਵਾਲੇ ਆਪਣੇ ਜਿਹੜੇ ਰਾਜਨੀਤਿਕ ਲੋਕ ਨੇ ਉਹ ਬਿਆਨਬਾਜ਼ੀ ਕਰ ਰਹੇ ਨੇ ਕਿ ਹਿੰਦੂਆਂ ਦੇ ਮੁੰਡਿਆਂ ਨੂੰ ਬਚਣਾ ਚਾਹੀਦਾ ਖਾਲਿਸਤਾਨੀਆਂ ਤੋਂ। ਇਹ ਮੈਨੂੰ ਲੱਗਦਾ ਬੇਲੋੜਾ ਪ੍ਰਚਾਰ ਕੀਤਾ ਜਾ ਰਿਹਾ, ਤੇ ਰੋਕ ਲੱਗਣੀ ਚਾਹੀਦੀ ਆ। ਕੱਟੜਤਾ ਵਾਲੀ ਜਿਹੜੀ ਹੈਗੀ ਸੋਚ ਆ ਇਹ ਖਰਾਬ ਕਰੇਗੀ। ਦੇਖੋ ਜਿਹੜੀ ਉੱਥੇ ਜਿਹੜੇ ਲੋਕ ਬੱਚੇ ਗਏ ਨੇ ਜਾਂ ਜਿਹੜੇ ਜਿੰਨੀ ਜਨਰੇਸ਼ਨ ਉੱਥੇ ਗਈ ਆ, ਇੱਥੋਂ ਜਿਹੜੇ ਬਿਆਨ ਕਰਦੇ ਉਹਨਾਂ ਨੂੰ ਪਹਿਲਾਂ ਇਹ ਪੁੱਛ ਲੈਣਾ ਚਾਹੀਦਾ ਕਿ ਉੱਥੇ ਉਹ ਇਕੱਠੇ ਰਹਿੰਦੇ ਆ ਕਿ ਨਹੀਂ ਰਹਿੰਦੇ। ਉਹਨਾਂ ਦੇ ਕੀ ਪਤਾ ਉਹ ਇੱਕੋ ਜੌਬ ਵੀ ਇੱਕ ਥਾਂ ਤੇ ਕਰਦੇ ਹੋਣ ਔਰ ਸੌਂਦੇ ਵੀ ਇੱਕੋ ਬੈੱਡ ਤੇ ਹੋਣ, ਜਾ ਕੇ ਇੱਕੋ ਕਮਰੇ 'ਚ ਵੀ ਰਹਿੰਦੇ ਹੋਣ, ਉਹਨਾਂ ਦਾ ਇੰਨੀ ਨਜ਼ਦੀਕੀ ਹੋਵੇ ਔਰ ਉਹਨਾਂ ਨੂੰ ਪਤਾ ਹੀ ਨਾ ਹੋਵੇ ਖਾਲਿਸਤਾਨ ਇਹ ਖਾਲਿਸਤਾਨ ਦਾ ਜਿਹੜਾ ਖਾਲਿਸਤਾਨ ਹੈ ਜਿਹੜਾ ਮੇਰੇ ਨਾਲ ਰਹਿ ਰਿਹਾ। ਔਰ ਦੂਜੇ ਪਾਸੇ ਤੁਸੀਂ ਇੱਕ ਚੀਜ਼ ਨੂੰ ਤੁਸੀਂ ਨੋਟਿਸ ਕਰੋ ਕਿ ਜਿਹੜਾ 2014 ਤੋਂ ਪਹਿਲਾਂ ਐਸੀ ਕੋਈ ਗੱਲਬਾਤ ਨਹੀਂ ਹੁੰਦੀ ਸੀ ਕਿ ਇੱਥੇ ਸਾਰੇ ਜਾਣੇ, ਨਾ ਤਾਂ ਖਾਲਿਸਤਾਨ ਦੀ ਕੋਈ ਰੌਲਾ ਪੈਂਦਾ ਹੁੰਦਾ ਸੀਗਾ ਜ਼ਿਆਦਾ, ਨਾ ਕੋਈ ਹਿੰਦੂ ਦਾ ਰੌਲਾ ਪੈਂਦਾ ਹੁੰਦਾ ਸੀ, ਨਾ ਕੋਈ ਮੁਸਲਿਮ ਦਾ ਸੀਗਾ, ਇਸ ਕਰਕੇ ਨਾ ਕੋਈ ਸਿੱਖਾਂ ਦਾ ਸੀਗਾ, ਨਾ ਕੋਈ ਹੋਰ ਕੋਈ ਧਰਮ ਦਾ ਵਿੱਚ ਰੌਲਾ ਪੈ ਰਿਹਾ ਸੀਗਾ। ਹੁਣ ਇਹਨਾਂ ਨੇ ਪਿੱਛੇ ਜੇ ਈਸਾਈਆਂ ਦਾ ਵੀ ਰੌਲਾ ਬਹੁਤ ਪਵਾਤਾ, ਫਿਰ ਹਿੰਦੂ ਔਰ ਮੁਸਲਿਮ ਦਾ ਐਡਾ ਵੱਡਾ ਪ੍ਰੋਪੋਗੰਡਾ ਕਰਤਾ ਕਿ ਇੱਥੇ ਹਿੰਦੂ ਵੱਖਰੇ ਨੇ ਮੁਸਲਿਮ ਵੱਖਰੇ ਨੇ। ਦੇਸ਼ ਹੀ ਇੱਕ ਇਹਨਾਂ ਨੇ ਐ ਬਣਾ ਦਿੱਤਾ ਕਿ ਜਿਹੜਾ ਹਿੰਦੁਸਤਾਨ ਹੈ 'ਚ ਰਹਿ ਹੀ ਹਿੰਦੂ ਸਕਦੇ ਨੇ, ਹੋਰ ਕੋਈ ਦੇਸ਼ 'ਚ ਵਾਸੀ ਨਹੀਂ ਰਹਿ ਸਕਦੇ। ਸੋ 14 ਤੋਂ ਬਾਅਦ ਜਿਹੜਾ ਇੱਕ ਮਾਈਂਡ ਸੈਟਅਪ ਕਰ ਦਿੱਤਾ ਲੋਕਾਂ ਦੇ ਵਿੱਚ, ਇਹ ਚੀਜ਼ ਕੋਟ ਕਰ ਦਿੱਤੀ ਗਈ ਆ ਕਿ ਸਾਡਾ ਦੇਸ਼ ਆ, ਸਾਡਾ ਹੀ ਰਹਿਣਾ ਚਾਹੀਦਾ, ਹੋਰ ਇੱਥੇ ਕੋਈ ਰਹਿਣਾ ਨਹੀਂ ਚਾਹੀਦਾ। ਸੋ ਇਸ ਚੀਜ਼ ਨੂੰ ਦੂਰ ਕਰਨਾ ਚਾਹੀਦਾ ਹੈ। ਔਰ ਰਾਜਨੀਤੀ ਜ਼ਰੂਰ ਦੇਸ਼ 'ਚ ਸਰਕਾਰਾਂ ਆਉਂਦੀਆਂ ਜਾਂਦੀਆਂ, ਪਰ ਇਹ ਨਹੀਂਗਾ ਕਿ ਦੇਸ਼ ਦਾ ਮਾਹੌਲ ਖਰਾਬ ਹੀ ਕਰ ਦਿਓ ਤੁਸੀਂ। ਦੇਸ਼ ਦੇ ਲੋਕਾਂ ਨੂੰ ਹੀ ਮਰਵਾ ਕੇ ਆਪਦੀਆਂ ਸੀਟਾਂ ਲੈਂਦੇ ਰਹੋ ਔਰ ਸਰਕਾਰਾਂ 'ਚ ਸੱਤਾ 'ਚ ਆਉਂਦੇ ਰਹੋ। ਸੋ ਇਹ ਸਨ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜਿਹੜੇ ਰਾਜਨੀਤਿਕ ਲੀਡਰ ਨੇ ਧਰਮ ਨੂੰ ਵਰਤ ਕੇ ਆਪਣੀ ਸਿਆਸਤ ਚਮਕਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇਹ ਚਾਹੀਦਾ ਕਿ ਆਮ ਬੰਦੇ ਦਾ ਜਿਹੜਾ ਨੁਕਸਾਨ ਇਹਨਾਂ ਬਿਆਨਾਂ ਕਾਰਨ ਜਾਂ ਸਿਆਸਤ ਕਾਰਨ ਹੋ ਰਿਹਾ ਉਹ ਨਾ ਹੋਵੇ। ਇਸੇ ਗੱਲ ਨੂੰ ਲੈ ਕੇ ਇੰਡੀਆ ਤੇ ਜਿਹੜਾ ਹੈਗਾ ਭਾਰਤ ਤੇ ਕੈਨੇਡਾ ਦਾ ਜਿਹੜਾ ਵਿਵਾਦ ਜਾਰੀ ਹੈ, ਸੋ ਇਹ ਵਿਵਾਦ ਵੀ ਰੁਕ ਦੇਣਾ ਚਾਹੀਦਾ, ਕਿਉਂਕਿ ਇਹਦੇ ਨਾਲ ਆਮ ਲੋਕ ਪਿਸਦੇ ਨੇ ਤੇ ਖਾਲਿਸਤਾਨ ਦਾ ਜਿਹੜਾ ਮੁੱਦਾ ਕ੍ਰੀਏਟ ਕੀਤਾ ਜਾ ਰਿਹਾ ਬਿਲਕੁਲ ਵੀ ਅੱਜ ਦੀ ਡੇਟ ਦੇ ਵਿੱਚ ਉਸ ਲੈਵਲ ਦੀ ਖਾਲਿਸਤਾਨ ਦੀ ਕੋਈ ਮੰਗ ਨਹੀਂ ਉੱਠ ਰਹੀ ਕਿ ਕਿਤੇ ਹਥਿਆਰਬੰਦ ਕੋਈ ਮੂਵਮੈਂਟ ਚੱਲਦੀ ਹੋਵੇ ਜਾਂ ਫਿਰ ਕੋਈ ਖਾਲਿਸਤਾਨ ਦੇ ਪੱਖ ਦੇ ਵਿੱਚ ਕੋਈ ਮੁਜ਼ਾਹਰੇ ਰੈਲੀਆਂ ਹੁੰਦੇ ਹੋਣ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੌਰਾਨ ਇਹ ਵਿਵਾਦ ਕਿੰਨਾ ਕੁ ਤੂਲ ਫੜੇਗਾ। ਕੈਮਰਾਮੈਨ ਪ੍ਰੀਤ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।